Tandoori range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪਾਕਿਸਤਾਨ ਵਿੱਚ ਫਸੇ ਪਰਿਵਾਰਾਂ ਦੇ ਘਰ ਪਹੁੰਚੇ ਵਿਕਰਮਜੀਤ ਸਿੰਘ ਮਜੀਠੀਆ। ਉਹਨਾਂ ਪਰਿਵਾਰਕ ਮੈਂਬਰਾਂ ਨੂੰ ਵਾਪਸ ਲਿਆਉਣ ਦਾ ਦਿੱਤਾ ਭਰੋਸਾ। ਭਾਜਪਾ ਪਾਰਟੀ ਪੰਜਾਬ ਭਰ ਵਿੱਚ ਦੇਵੇਗੀ ਜ਼ਿਲ੍ਹਿਆਂ ਦੇ ਡੀਸੀ ਦਫ਼ਤਰ ਬਾਹਰ ਧਰਨਾ। ਕਿਸਾਨਾਂ ਨੂੰ ਗਲਤ ਬੀਜ ਉਪਲਬਧ ਕਰਾਉਣ ਦੀ ਜਾਂਚ ਦੀ ਹੋਵੇਗੀ ਮੰਗ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਸ਼ਲਾਘਾਯੋਗ ਕਦਮ। ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਲਗਾਈ ਜਾਵੇਗੀ ਕੇਂਦਰੀ ਸਿੱਖ ਅਜਾਇਬ ਘਰ 'ਚ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੁਲਾਈ 'ਚ ਸ਼ੁਰੂ ਕਰੇਗੀ ਪ੍ਰੀਖਿਆਵਾਂ। 2 ਘੰਟਿਆਂ ਦੀ ਹੋਵੇਗੀ ਇਮਤਿਹਾਨ ਦੀ ਮਿਆਦ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਦੇ ਚੱਲਦੇ ਪਾਕਿਸਤਾਨ ਵਿੱਚ ਫਸੇ ਪਰਿਵਾਰਾਂ ਦੇ ਘਰ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਨੇ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਛੇਤੀ ਉਹਨਾਂ ਦੇ ਪਰਿਵਾਰ ਵਾਲੇ ਵਾਪਸ ਆਉਣਗੇ। ਉਹਨਾਂ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਇਸ ਬਾਰੇ ਵਿੱਚ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਹੈ। ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਬਹੁਤ ਪਰਿਵਾਰ ਅਜਿਹੇ ਸਨ ਜੋ ਪਾਕਿਸਤਾਨ ਵਿੱਚ ਫਸੇ ਹਨ ਅਤੇ ਕਮਲਦੀਪ ਦੇ 5 ਮੈਂਬਰ ਇਸ ਸਮੇਂ ਪਾਕਿਸਤਾਨ ਵਿੱਚ ਫਸੇ ਨੇ। मेरा नाम जसबीर सिंह है जी। मेरे पिता जी सरदार हरजीत सिंह ਤੇ ਮਾਤਾ ਜੀ ਨਰਿੰਦਰ ਕੌਰ 10 ਮਾਰਚ 2020 ਨੂੰ ਪਾਕਿਸਤਾਨ ਗਏ ਸੀਗੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ। ਜਦ ਕਿ ਥੋੜੇ ਦਿਨ ਬਾਅਦ ਹੀ ਉੱਥੇ ਲੋਕਡਾਊਨ ਹੋ ਗਿਆ ਤੇ ਲੋਕਡਾਊਨ ਕਰਕੇ ਉੱਥੇ ਹੀ ਫਸ ਕੇ ਰਹਿ ਗਏ ਨੇ ਉਹ। ਤੇ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਇੱਥੇ ਵਾਪਸ ਲਿਆਂਦਾ ਜਾਵੇ, ਕਿਉਂਕਿ ਜਿੱਥੋਂ ਤੱਕ ਸਾਡੇ ਦੇਖਣ 'ਚ ਆਇਆ ਕਿ ਪਾਕਿਸਤਾਨ ਦੀ ਆਵਾਮ ਲਗਾਤਾਰ ਉੱਥੇ ਵਾਪਸ ਜਾ ਰਹੇ, ਪਰ ਇੰਡੀਅਨ ਗੌਰਮੈਂਟ ਵੱਲੋਂ ਹਾਲੇ ਤੱਕ ਇੱਕ ਵੀ ਮੁਸਾਫਰ ਨੂੰ ਵਾਪਸ ਨਹੀਂ ਲਿਆਂਦਾ ਗਿਆ। ਸਰ ਕਦੋਂ ਗਏ ਸੀਗੇ ਉੱਥੇ ਤੇ ਕਿਸ ਤਰ੍ਹਾਂ ਦੇ ਹਾਲਾਤਾਂ 'ਚ ਉੱਥੇ ਰਹਿ ਰਹੇ ਸੀ? ਇਹ 10 ਮਾਰਚ ਨੂੰ ਉੱਥੇ ਗਏ ਨਹੀਂ ਜੀ, ਤੇ ਉੱਥੇ ਸਰਦਾਰ ਅਮਰੀਕ ਸਿੰਘ ਦੇ ਗ੍ਰਹਿ ਵਿਖੇ ਇਸ ਟਾਈਮ ਨੂੰ ਸਟੇ ਕਰ ਰਹੇ ਨੇ। ਉਹਨਾਂ ਨੂੰ ਮੇਨ ਪ੍ਰੋਬਲਮ ਉੱਥੇ ਦਵਾਈਆਂ ਦੀ ਆ ਰਹੀ ਹੈ, ਕਿਉਂਕਿ ਜਿੰਨੇ ਵੀ 5 ਜਣੇ ਬਜ਼ੁਰਗ ਗਏ ਨੇ ਸਾਰੇ 55 ਤੋਂ 65 ਸਾਲ ਦੇ ਬਜ਼ੁਰਗ ਨੇ। ਤੇ ਕਿਸੇ ਦੀ ਸ਼ੂਗਰ ਦੀ ਦਵਾਈ ਚੱਲਦੀ ਹੈ, ਕਿਸੇ ਦੀ ਹਾਰਟ ਦੀ ਦਵਾਈ ਚੱਲਦੀ ਹੈ ਤੇ ਕਿਸੇ ਦੀ ਸਲਿਪ ਡਿਸਕ ਦੀ ਪ੍ਰੋਬਲਮ ਹੈ, ਪਰ ਦਵਾਈ ਕਿਸੇ ਨੂੰ ਮਿਲ ਗਈ। ਦੇਖੋ ਇਹ ਮੀਡੀਆ 'ਚ ਹੀ ਗੱਲ ਆਈ ਸੀ ਔਰ ਉੱਥੋਂ ਹੀ ਸਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਬੜੇ ਧਾਰਮਿਕ ਬਿਰਤੀ ਵਾਲਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਮਾਪੇ ਪਾਕਿਸਤਾਨ ਗਏ ਸਨ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ, ਔਰ ਜਦੋਂ ਗਏ ਸਨ ਮੁੜ ਕੇ ਦਿਸ ਪੈਂਡੈਮਿਕ ਕਰਕੇ ਇਹ ਕਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਉੱਥੇ ਫਸ ਗਏ ਔਰ ਮਾਰਚ ਮਹੀਨੇ ਦੇ ਫਸੇ ਆ। ਹੁਣ ਅਸੀਂ ਮਈ ਐਂਡ ਤੇ ਪਹੁੰਚ ਰਹੇ ਹਾਂ ਤੇ ਸੁਭਾਵਿਕ ਹੈ ਇਹ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਇੱਥੇ ਇਹ ਚਿੰਤਿਤ ਆ, ਉੱਥੇ ਉਹ ਚਿੰਤਿਤ ਨੇ। ਸੋ ਜਦ ਇਹ ਗੱਲ ਸਾਡੇ ਧਿਆਨ 'ਚ ਆਈ ਸੋ ਅਸੀਂ ਸਾਰੇ ਇਹਨਾਂ ਦੀ ਮੁਸ਼ਕਿਲ ਜੋ ਹੈ ਪਰਿਵਾਰਾਂ ਦੀ ਭੈਣ ਜੀ ਹਰਸਿਮਰਤ ਕੌਰ ਬਾਦਲ ਜੀ ਦੇ ਦਫ਼ਤਰ 'ਚ ਉਹਨਾਂ ਦੇ ਧਿਆਨ 'ਚ ਮੈਂ ਲੈ ਕੇ ਆਇਆ। ਉਹਨਾਂ ਨੇ ਆਪਣੇ ਦਫ਼ਤਰ ਦੀ ਡਿਊਟੀ ਲਾਈ, ਆਪ ਵੀ ਐਕਸਟਰਨਲ ਅਫੇਅਰਸ ਮਿਨਿਸਟਰੀ 'ਚ ਗੱਲ ਕੀਤੀ ਔਰ ਜੋ ਹੁਣ ਵੀ ਮੈਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨਾਲ ਗੱਲ ਕੀਤੀ ਔਰ ਜੋ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅਗਲੇ 2-4 ਦਿਨਾਂ ਦੇ ਅੰਦਰ ਅੰਦਰ ਇਹ ਸਾਰੇ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਪਹੁੰਚ ਜਾਣਗੇ। ਕੋ ਮੈਂ ਪਾਕਿਸਤਾਨ ਲਈ ਤਾਂ ਨਹੀਂ ਮੈਂ ਗੱਲ ਕਰ ਸਕਦਾ, ਮਗਰ ਮੈਂ ਇਹ ਜ਼ਰੂਰ ਚਾਹਾਂਗਾ ਕਿ ਜਿਹੜੇ ਸੂਬੇ 'ਚ ਵੀ ਜਿਹਦੇ ਨਾਗਰਿਕ ਜਿੱਥੇ ਵੀ ਫਸੇ ਨੇ ਉਹ ਸੂਬੇ ਸਰਕਾਰਾਂ ਵੀ ਇਹਦੇ 'ਚ ਬੜਾ ਅਹਿਮ ਰੋਲ ਅਦਾ ਕਰਨ, ਪਰਿਵਾਰਾਂ ਦੇ ਨਾਲ ਸੰਪਰਕ 'ਚ ਰਹਿਣ, ਕਿਉਂਕਿ ਦੇਖੋ ਜਦ ਕਮਿਊਨੀਕੇਸ਼ਨ ਬਣਿਆ ਰਹੂਗਾ ਤੇ ਹੌਸਲਾ ਰਹਿੰਦਾ, ਵਿਸ਼ਵਾਸ ਰਹਿੰਦਾ ਦੈਟ ਸਰਕਾਰਾਂ ਆਰ ਕੰਸਰਨਡ ਅਬਾਊਟ ਯੂ। ਮਗਰ ਜੇ ਤੁਸੀਂ ਗੱਲ ਵੀ ਨਾ ਕਰੋ, ਕੋਈ ਸੰਪਰਕ 'ਚ ਵੀ ਨਾ ਰਵੇ, ਫਿਰ ਇਹ ਜਿਹਾ ਮਹਿਸੂਸ ਹੁੰਦਾ ਕਿ ਸਰਕਾਰ ਇਜ਼ ਨਾਟ ਬੋਦਰਡ। ਸੋ ਇਹ ਚਾਹੀਦਾ ਸੂਬੇ ਦੀ ਸਰਕਾਰ ਨੂੰ ਜਿੱਥੇ ਕਿਉਂਕਿ ਉਹਨਾਂ ਕੋਲ ਤਾਂ ਸਾਰੇ ਰਜਿਸਟਰਡ ਨੇ, ਕਿਉਂਕਿ ਜਦ ਵੀ ਕੋਈ ਕਿਤੇ ਫਸ ਜਾਂਦਾ ਲੋਕ ਸਭ ਤੋਂ ਪਹਿਲਾਂ ਡੀਸੀ ਦੇ ਦਫ਼ਤਰ ਇਸ ਗੱਲ ਨੂੰ ਦਰਜ ਕਰਾਉਂਦੇ ਆ। ਡੀਸੀ ਦੇ ਦਫ਼ਤਰ ਤੋਂ ਸਿੱਧੇ ਗੱਲ ਮੁੱਖ ਮੰਤਰੀ ਦੇ ਦਫ਼ਤਰ ਤੱਕ ਗੱਲ ਜਾਂਦੀ ਹੈ। ਸੋ ਉਹਨਾਂ ਨੂੰ ਇੱਕ ਬੰਦਾ ਟਰੈਕ ਕਰਨਾ ਬੜਾ ਸੌਖਾ ਹੈ। ਸਾਡੇ ਲਈ ਆਪੋਜੀਸ਼ਨ ਲਈ ਤਾਂ ਕੋਈ ਸਾਡੇ ਧਿਆਨ 'ਚ ਲੈ ਆਊਗਾ ਤੇ ਆ ਜਾਊਗਾ, ਅਸੀਂ ਮੈਟਰ ਨੂੰ ਫੋਲੋ ਅਪ ਕਰ ਸਕਦੇ ਹਾਂ। ਮਗਰ ਭੈਣ ਜੀ ਦੇ ਦਫ਼ਤਰ 'ਚ ਚਾਹੇ ਉਹ ਹਜ਼ੂਰ ਸਾਹਿਬ ਦੇ ਸ਼ਰਧਾਲੂ ਸਨ, ਉਹਨਾਂ ਦਾ ਮਸਲਾ ਧਿਆਨ 'ਚ ਆਇਆ, ਚਾਹੇ ਆ ਪਾਕਿਸਤਾਨ 'ਚ ਫਸੇ ਆਏ, ਚਾਹੇ ਜੰਮੂ ਕਸ਼ਮੀਰ 'ਚੋਂ ਸਾਡੇ ਬੰਦੇ ਫਸੇ ਸੀ ਜਾਂ ਵੱਖ-ਵੱਖ ਸੂਬੇ 'ਚ ਜਿੱਥੇ ਵੀ ਫਸੇ ਸੀ, ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਉਹ ਜਲਦ ਤੋਂ ਜਲਦ ਵਾਪਸ ਆ ਜਾਣ। ਹਾਂ ਜ਼ਰੂਰ
ਇਹ ਨਾਰਮਲ ਸਿਚੁਏਸ਼ਨ ਨਹੀਂ ਹੈ, ਕਿਉਂਕਿ ਪਰਮਿਸ਼ਨ ਸੂਬਾ ਸਰਕਾਰ ਨੇ ਵੀ ਦੇਣੀ ਹੈ ਔਰ ਜਿੱਥੋਂ ਆਉਣਾ ਉਹ ਸੂਬਾ ਜਾਂ ਮੁਲਕ ਦੀ ਸਰਕਾਰਾਂ ਨੇ ਵੀ ਦੇਣੀ ਹੈ, ਤੇ ਜੇ ਉੱਥੋਂ ਪਰਮਿਸ਼ਨ ਨਾ ਮਿਲੇ ਤਾਂ ਵੀ ਮਸਲਾ ਹੱਲ ਨਹੀਂ ਹੁੰਦਾ। ਸੋ ਇਹ ਬੜਾ ਕੋਆਰਡੀਨੇਸ਼ਨ ਦਾ ਕੰਮ ਹੈ, ਔਰ ਇੱਕ ਜਗ੍ਹਾ ਵੀ ਜੇ ਕੋਆਰਡੀਨੇਸ਼ਨ 'ਚ ਕਮੀ ਪੇਸ਼ੀ ਰਹਿ ਜਾਏ ਤੇ ਰਿਜ਼ਲਟ ਜ਼ੀਰੋ ਹੋ ਜਾਂਦਾ। ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਹੀ ਉਹਨਾਂ ਆਪਣੀ ਕਮਾਈ ਚੋਂ ਦਸਵੰਧ ਕੱਢ ਕੇ 800 ਕੁਇੰਟਲ ਕਣਕ ਦੀ ਦਰਬਾਰ ਸਾਹਿਬ ਭੇਂਟ ਕੀਤੀ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਉਹ ਗੁਰੂ ਘਰ ਦੀ ਸੇਵਾ ਕਰਕੇ ਖੁਸ਼ ਹਨ ਤੇ ਨਾਲ ਹੀ ਪੰਜਾਬ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਠੇਕੇ ਤਾਂ ਖੋਲ ਦਿੱਤੇ ਨੇ ਪਰ ਗੁਰੂ ਘਰਾਂ ਨੂੰ ਬੰਦ ਕੀਤਾ ਹੋਇਆ ਹੈ। ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਸਾਡੇ ਮਜੀਠੇ ਦੀ ਸਾਧ ਸੰਗਤ ਨੇ, ਹਲਕਾ ਨਿਵਾਸੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਸਾਹਿਬਾਨਾਂ ਨੇ ਗੁਰੂ ਦੀ ਬਖਸ਼ਿਸ਼ ਸਦਕਾ, ਕਿਰਪਾ ਸਦਕਾ ਗੁਰੂ ਸਾਹਿਬ ਨੇ ਇਹ ਸੇਵਾ ਉਹਨਾਂ ਕੋਲੋਂ ਲਈ ਹੈ ਕਿ ਅੱਜ ਬਹੁਤ ਵੱਡੇ ਪੱਧਰ ਤੇ ਆਪਣੀ ਕਮਾਈ 'ਚੋਂ ਦਸਵੰਧ ਕੱਢਦਿਆਂ ਹੋਇਆਂ ਸਾਰਿਆਂ ਨੇ ਯੋਗਦਾਨ ਪਾਇਆ ਤੇ ਸ਼੍ਰੀ ਹਰਿਮੰਦਰ ਸਾਹਿਬ 'ਚ ਜਿੱਥੇ ਨਤਮਸਤਕ ਹੋਣ ਆਏ ਆ, ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਆ, ਉੱਥੇ ਆਪਣੀ ਕਮਾਈ 'ਚੋਂ ਦਸਵੰਧ ਕੱਢਦੇ ਹੋਏ ਝੋਨੇ ਦੀ ਜਿਹੜੀ ਕਣਕ ਦੀ ਸੇਵਾ ਉਹ ਅੱਜ ਲੈ ਕੇ ਕੋਈ 800 ਕੁਇੰਟਲ ਬੋਰੀ ਕਣਕ ਇੱਥੇ ਲੈ ਕੇ ਆਏ ਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ, ਕਿ ਲੰਗਰ ਸੇਵਾ ਜੋ ਚੱਲਦੀ ਰਵੇ ਔਰ ਇਸੇ ਤਰ੍ਹਾਂ ਗੁਰੂ ਸਾਹਿਬ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਤੇ ਸੇਵਾ ਸਦਾ ਹੀ ਕਰਾਉਂਦੇ ਰਹਿਣ। ਤੇ ਅਸੀਂ ਸਾਰੇ ਹੀ ਭੁੱਲਣਹਾਰ ਹਾਂ, ਗੁਰੂ ਘਰ ਦੇ ਕੂਕਰ ਆ, ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਕੇ ਸਮਤ ਬਖਸ਼ ਕੇ ਇਹ ਸੇਵਾ ਲੈਂਦੇ ਨੇ। ਸੰਗਤਾਂ ਆ ਨਹੀਂ ਸਕਦੀਆਂ ਜੀ, ਸੰਗਤਾਂ 'ਚ ਇਸ ਗੱਲ ਨੂੰ ਬਹੁਤ ਜ਼ਿਆਦਾ ਆਤੁਰ ਨੇ ਗੁਰੂ ਘਰ ਦੇ ਦਰਸ਼ਨ। ਦੇਖੋ ਮੈਂ ਇਹ ਗੱਲ ਮੰਨਦਾ ਜੀ ਕਿ ਸਰਕਾਰਾਂ ਨੂੰ ਇਹ ਫੈਸਲਾ ਨੂੰ ਰੀਥਿੰਕ ਕਰਨਾ ਚਾਹੀਦਾ। ਸਭ ਤੋਂ ਵੱਡੀ ਦਵਾ ਦਾਰੂ ਗੁਰੂ ਘਰ ਦੀ ਸੇਵਾ, ਬਖਸ਼ਿਸ਼, ਖੁਸ਼ੀਆਂ ਨੇ ਔਰ ਨਾਮ ਤੋਂ ਵੱਡਾ ਕੋਈ ਦਵਾ ਨਹੀਂ, ਕੋਈ ਦਾਰੂ ਕੋਈ ਨਹੀਂ। ਔਰ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਆਊਗਾ, ਸ਼੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਊਗਾ, ਮੈਂ ਸਮਝਦਾ ਵੈਸੇ ਹੀ ਉਹਦੇ ਸਾਰੇ ਪਾਪ ਧੋਤੇ ਜਾਣੇ। ਇਸ ਲਈ ਸਰਕਾਰਾਂ ਨੂੰ ਇਸ ਨੂੰ ਰੀਕਨਸੀਡਰ ਕਰਨਾ ਚਾਹੀਦਾ। ਜਦੋਂ ਸਾਰੀਆਂ ਦਵਾਈਆਂ ਦਾਰੂ ਮੁੱਕ ਜਾਂਦੀਆਂ ਨੇ ਤੇ ਸੱਚੇ ਪਾਤਸ਼ਾਹ ਦੇ ਦਰ 'ਚ ਬੰਦੇ ਆ ਕੇ ਜਦੋਂ ਡਿੱਗ ਪੈਂਦੇ ਨੇ ਤੇ ਗੁਰੂ ਸਾਹਿਬ ਦੀ ਬੜੀ ਵੱਡੀ ਰਹਿਮਤ ਬਖਸ਼ਿਸ਼ ਹੋ ਜਾਂਦੀ ਹੈ। ਇਸ ਲਈ ਇਸ ਘਰ 'ਚ ਕਿਸੇ ਚੀਜ਼ ਦੀ ਘਾਟ ਨਹੀਂ ਔਰ ਲੋਕਾਂ ਦੀ ਆਸਥਾ, ਲੋਕੀ ਆਉਣਾ ਚਾਹੁੰਦੇ ਆ। ਸਰਕਾਰਾਂ ਨੂੰ ਇਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਕਿ ਲੋਕ ਗੁਰੂ ਘਰ ਜਾ ਸਕਣ, ਖੁਸ਼ੀਆਂ ਲੈ ਸਕਣ, ਗੁਰੂ ਸਾਹਿਬ ਦੇ ਚਰਨ ਪਰਤ ਸਕਣ। ਲੇਕਿਨ ਸੰਗਤ 'ਚ ਇਸ ਗੱਲ ਦਾ ਰੋਸ ਹੈ ਕਿ ਬਾਜ਼ਾਰ ਖੋਲ੍ਹ ਤੇ ਸ਼ਰਾਬ ਦੇ ਠੇਕੇ ਖੋਲ੍ਹ ਤੇ ਪਰ ਗੁਰੂ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਿੱਥੋਂ ਆਤਮਿਕ ਸ਼ਕਤੀ ਮਿਲਣੀ ਹੈ। ਇਸ ਗੱਲ ਦੀ ਵਾਕਈ ਤੁਹਾਡੀ ਗੱਲ ਠੀਕ ਹੈ ਜੀ। ਮੈਂ ਤਦੇ ਕਿਹਾ ਕਿ ਪਰਮਾਤਮਾ ਸਰਕਾਰਾਂ ਨੂੰ ਸਮਤ ਬਖਸ਼ਿਸ਼ ਕਰਨ ਕਿ ਜੇ ਬਾਕੀ ਚੀਜ਼ਾਂ ਖੁੱਲ੍ਹ ਸਕਦੀਆਂ ਨੇ, ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ, ਹੋਰ ਚੀਜ਼ਾਂ ਖੁੱਲ੍ਹ ਸਕਦੀਆਂ ਨੇ, ਤੇ ਗੁਰੂ ਘਰ ਤਾਂ ਸਭ ਤੋਂ ਪਹਿਲਾਂ ਖੋਲ੍ਹਣਾ ਚਾਹੀਦਾ ਸੀ ਔਰ ਇਹ ਸੰਗਤ ਦੀ ਮੰਗ ਸੀ। ਔਰ ਮੈਂ ਅੱਜ ਵੀ ਅਪੀਲ ਬੇਨਤੀ ਕਰਦਾ ਕਿ ਸੰਗਤ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਸਭ ਤੋਂ ਵੱਡਾ ਜੇ ਨਾਮ ਦੇ ਵਿੱਚ ਐਡੀ ਵੱਡੀ ਸ਼ਕਤੀ ਹੈ ਤੇ ਜਿਹੜਾ ਆਊਗਾ ਗੁਰੂ ਘਰ ਨਤਮਸਤਕ ਹੋਊਗਾ, ਚੰਗੀ ਸੋਚ ਲੈ ਕੇ ਜਾਊਗਾ, ਗੁਰੂ ਦੀਆਂ ਖੁਸ਼ੀਆਂ ਲੈ ਕੇ ਜਾਊਗਾ। ਇਸ ਲਈ ਬੜਾ ਜ਼ਰੂਰੀ ਹੈ ਕਿ ਜਿੰਨੇ ਵੀ ਗੁਰੂ ਘਰ ਨੇ ਸਾਰੇ ਖੁੱਲ੍ਹਣੇ ਚਾਹੀਦੇ, ਲੋਕਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਹੋ ਸਕਣ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸੰਗਤ ਲੈ ਸਕਣ। ਕਿਸਾਨੀ ਪੰਜਾਬ ਦੀ ਆਰਥਿਕਤਾ ਦੀ ਨੀਂਹ ਹੈ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਕਲੀ ਬੀਜ ਦੇ ਕੇ ਇੱਕ ਵੱਡਾ ਧੋਖਾ ਕੀਤਾ ਹੈ। ਇਸ ਗੱਲ ਦਾ ਜ਼ਿਕਰ ਬੀਜੇਪੀ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਨਵੇਂ ਬਣੇ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਸਾਬਕਾ ਪ੍ਰਧਾਨ ਬਾਊ ਰਾਮ ਸ਼ਰਨ ਦੇ ਘਰ 'ਚ ਕੀਤਾ। ਔਲਖ ਪਾਰਟੀ ਵੱਲੋਂ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਅਜਨਾਲਾ ਪਹੁੰਚੇ, ਜਿੱਥੇ ਸਾਬਕਾ ਦਿਹਾਤੀ ਪ੍ਰਧਾਨ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉੱਤੇ ਹਰਦਿਆਲ ਔਲਖ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਘਟੀਆ ਕਿਸਮ ਦੇ ਬੀਜ ਦੇ ਕੇ ਜੋ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ, ਉਸ ਦੇ ਸੰਬੰਧ ਵਿੱਚ ਉਹਨਾਂ ਦੀ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਜਾਣਗੇ ਅਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਸਾਡੇ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਊ ਰਾਮ ਸ਼ਰਨ ਪਰਾਸ਼ਰ ਜੀ ਦੇ ਗ੍ਰਹਿ ਵਿਖੇ ਉਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚਿਆ। ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਹੈ ਤੇ ਬਹੁਤ ਵਧੀਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਪਾਰਟੀ ਦੇ ਨਾਲ ਹੀ ਚੱਲਾਂਗਾ ਤੇ ਮੇਰਾ ਮਾਰਗਦਰਸ਼ਨ ਕਰਦੇ ਰਹਿਣਾ। ਸਭ ਤੋਂ ਮੇਨ ਚੀਜ਼ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ, ਕਿਸਾਨੀ ਹੀ ਇੱਕ ਪੰਜਾਬ ਦਾ
ਆਰਥਿਕਤਾ ਦਾ ਧੁਰਾ ਹੈ ਔਰ ਇਸ ਪੰਜਾਬ ਸਰਕਾਰ ਨੇ ਬਹੁਤ ਵੱਡਾ ਘਪਲਾ ਕੀਤਾ ਹੈ ਕਿਸਾਨਾਂ ਨੂੰ ਨਕਲੀ ਬੀਜ ਦੇਣ ਦਾ, ਜਿਹਦਾ ਅਸੀਂ ਸਵੇਰੇ ਪੰਜਾਬ ਦੇ ਸਾਰੇ ਜ਼ਿਲ੍ਹਾ ਪੱਧਰਾਂ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲੱਗੇ ਹਾਂ। ਸਾਰੇ ਜ਼ਿਲ੍ਹਾ ਪੱਧਰ ਦੇ ਉੱਤੇ ਅਸੀਂ ਧਰਨੇ ਲਾ ਕੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦਿਆਂ ਹੋਇਆਂ ਅਸੀਂ ਬਿਲਕੁਲ ਸ਼ਾਂਤਮਈ ਰਹਿ ਕੇ ਧਰਨਾ ਵੀ ਲਾਵਾਂਗੇ, ਡੀਸੀ ਨੂੰ ਮੰਗ ਪੱਤਰ ਵੀ ਦੇਵਾਂਗੇ ਕਿ ਇਹ ਜਿਹੜਾ ਅਨਅਥਰਾਈਜ਼ਡ ਬੀਜ ਆ ਤੇ ਕਿਸਾਨਾਂ ਨੂੰ ਬਹੁਤ ਹੀ ਮਹਿੰਗੇ ਭਾਅ ਦੇ ਉੱਤੇ 4 ਗੁਣਾ ਦਾਮ ਦੇ ਉੱਤੇ ਦਿੱਤਾ ਗਿਆ ਆ, ਇਹਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਔਰ ਕਿਸਾਨੀ ਦਾ ਜਿਹੜਾ ਮੁੱਢ ਵੱਜਦਾ ਹੈ, ਜੇ ਬੀਜ ਮਾੜਾ ਦੇਤਾ ਤੇ ਕਿਸਾਨ ਤੇ ਅੱਗੇ ਖੁਦਕਸ਼ੀਆਂ ਦੇ ਰਾਹ ਵੱਲ ਤੁਰਿਆ ਆ, ਕਿਸਾਨ ਕੀ ਕਰੂਗਾ? ਜੇ ਇਸ ਦੀ ਅਸੀਂ ਉੱਚ ਪੱਧਰੀ ਜਾਂਚ ਕਰਾਉਣ ਦੀ ਡੀਸੀ ਸਾਹਿਬ ਕੋਲੋਂ ਮੰਗ ਕਰਾਂਗੇ ਔਰ ਕਿਸਾਨਾਂ ਦੇ ਨਾਲ ਹੋ ਰਹੇ ਵਿਸ਼ੇਸ਼ ਧੱਕੇਸ਼ਾਹੀ ਦਾ ਅਸੀਂ ਉਹਨਾਂ ਦੇ ਨਾਲ ਡੀਸੀ ਸਾਹਿਬ ਨੂੰ ਜ਼ਰੂਰ ਜਾਣੂ ਕਰਾਵਾਂਗੇ, ਆਪਣੀਆਂ ਮੰਗਾਂ ਦਾ ਸਰਕਾਰ ਤੱਕ ਕੰਨਾਂ ਤੱਕ ਪਹੁੰਚਾਵਾਂਗੇ। ਕਿਸਾਨਾਂ ਨੂੰ ਇਸ ਔਖੇ ਸਮੇਂ ਦੇ ਵਿੱਚ ਵੀ ਜਿਹੜਾ ਗੰਨੇ ਦੀ ਪੇਮੈਂਟ ਅਦਾਇਗੀ ਨਹੀਂ ਕੀਤੀ, ਅਸੀਂ ਉਹਦਾ ਮੁੱਦਾ ਵੀ ਚੁੱਕਾਂਗੇ। ਸੈਂਟਰ ਸਰਕਾਰ ਵੱਲੋਂ ਭੇਜੇ ਰਾਸ਼ਨ ਦਾ ਵੀ ਇਹਨਾਂ ਕੋਲੋਂ ਹਿਸਾਬ ਮੰਗਾਂਗੇ ਕਿ ਤੁਸੀਂ 1% ਵੰਡਿਆ, ਬਾਕੀ 99% ਕਿੱਥੇ ਗਿਆ? ਭਾਰਤ ਦੇ ਕੇਂਦਰੀ ਖਾਦਿਆ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਜੀ ਨੇ ਅੰਕੜਿਆਂ ਸਮੇਤ ਦੱਸਿਆ ਕਿ ਅਸੀਂ ਪੰਜਾਬ ਨੂੰ ਇੰਨਾ ਰਾਸ਼ਨ ਦੇ ਚੁੱਕੇ ਹਾਂ। ਜੇ ਉਹ ਸਾਰਾ ਰਾਸ਼ਨ ਪੰਜਾਬ ਦੇ ਲੋਕਾਂ ਨੂੰ, ਲੋੜਵੰਦ ਲੋਕਾਂ ਨੂੰ ਵੰਡਿਆ ਜਾਂਦਾ, ਪੰਜਾਬ ਦੇ ਵਿੱਚ ਅੱਜ ਇਹ ਤਰਾਸਦੀ ਨਾ ਹੁੰਦੀ, ਪੰਜਾਬ ਦੇ ਵਿੱਚ ਲੋਕਡਾਊਨ ਹੋਰ ਵੀ ਚੱਲ ਜਾਂਦਾ, ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਸੀ ਆਉਣੀ। ਪਰ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ, ਬੀਜੇਪੀ ਨੂੰ ਭੰਡਣ ਦੀਆਂ ਨੀਤੀਆਂ ਨੂੰ ਅਸੀਂ ਬੇਪਰਦਾ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਵੱਢਾਂਗੇ। ਪਾਰਟੀ ਹਾਈ ਕਮਾਂਡ ਵੱਲੋਂ ਅਸ਼ਵਨੀ ਸ਼ਰਮਾ ਸਾਡੇ ਪ੍ਰਦੇਸ਼ ਅਧਿਕਸ਼ ਵੱਲੋਂ ਸਾਡੇ ਅੰਮ੍ਰਿਤਸਰ ਜਹਾਜ਼ ਦੇ ਸਰਦਾਰ ਹਰਦਿਆਲ ਸਿੰਘ ਔਲਖ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹ ਸਾਡੇ ਗ੍ਰਹਿ ਵਿਖੇ ਆਏ। ਮੈਂ ਤਹਿ ਦਿਲ ਤੋਂ ਉਹਨੂੰ ਜੀ ਆਇਆਂ ਕਹਿੰਦਾ ਅਤੇ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਚੰਗੇ ਵਿਅਕਤੀ ਨੂੰ ਜ਼ਿਲ੍ਹੇ ਦੀ ਕਮਾਨ ਸੌਂਪੀ ਆ। ਅਤੇ ਮੈਂ ਆਸ ਵੀ ਰੱਖਦਾ ਕਿ ਹਰਦਿਆਲ ਸਿੰਘ ਸੱਚੀ ਅਤੇ ਆਪਣੀ ਲਗਨ ਅਤੇ ਮਿਹਨਤ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ। ਪਾਰਟੀ ਨੂੰ ਜਿੱਥੇ ਵੀ ਕੋਈ ਕਮੀ ਹੋਏਗੀ, ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਮੇਰਾ ਹਰ ਹੀਲੇ ਉਹ ਕੋਸ਼ਿਸ਼ ਕਰੇਗਾ ਅਤੇ ਸਾਡਾ ਸਹਿਯੋਗ ਅਤੇ ਮੇਰੀਆਂ ਸ਼ੁਭ ਕਾਮਨਾਵਾਂ ਇਸ ਹਰਦਿਆਲ ਸਿੰਘ ਦੇ ਨਾਲ ਸਦਾ ਰਹਿਣਗੀਆਂ। ਜਿੱਥੇ ਵੀ ਕਿਸੇ ਕੰਮ ਦੀ ਕੋਈ ਕਮੀ ਕਮਜ਼ੋਰੀ ਜਾਂ ਕਿਸੇ ਵੀ ਸਲਾਹ ਦੀ ਉਹਨੂੰ ਲੋੜ ਪੈ, ਮੈਂ ਹਰ ਵੇਲੇ ਉਸ ਨੂੰ ਦੇਣ ਲਈ ਤਿਆਰ ਰਹਾਂਗਾ। ਮੈਂ ਕੋਸ਼ਿਸ਼ ਕਰਾਂਗਾ ਕਿ ਜਿੱਥੇ ਪਾਰਟੀ ਦੀ ਕਮਜ਼ੋਰੀ ਆ, ਜਿੱਥੇ ਮੇਰੀ ਸਲਾਹ ਮੇਰੀ ਲੋੜ ਹੋਏਗੀ, ਮੈਂ ਹਰਦਿਆਲ ਸਿੰਘ ਦੇ ਨਾਲ ਖੜਾ ਹਾਂ। ਪਿਛਲੇ ਕੁਝ ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਫਤਿਹਗੜ੍ਹ ਚੂੜੀਆਂ ਦੇ ਦਸ਼ਮੇਸ਼ ਨਗਰ ਵਿੱਚ ਵੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਸੂਚਨਾ ਮਿਲੀ ਸੀ ਕਿ ਜਿਸ ਦੇ ਚੱਲਦਿਆਂ ਕੇਸ ਦਰਜ ਕਰਕੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਆਦੇਸ਼ਾਂ ਦੇ ਉੱਪਰ ਬਾਅਦ ਦੁਪਹਿਰ ਪਤਾ ਲੱਗਿਆ ਕਿ ਫਤਿਹਗੜ੍ਹ ਚੂੜੀਆਂ ਦੇ ਅੰਦਰ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ। ਮੌਕੇ ਤੇ ਆ ਕੇ ਪੜਤਾਲ ਕੀਤੀ ਤੇ ਵਾਕਿਆ ਹੀ ਉਹ ਸਹੀ ਪਾਇਆ ਗਿਆ। ਗੁਟਕਾ ਸਾਹਿਬ ਨੂੰ ਬੁਰੀ ਤਰ੍ਹਾਂ ਜਲਾਇਆ ਗਿਆ ਸੀ। ਇਸ ਸਮੇਂ ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ, ਸਰਦਾਰ ਕਰਤਾਰ ਸਿੰਘ ਜੀ ਇੰਚਾਰਜ ਧਰਮ ਪ੍ਰਚਾਰ ਕਮੇਟੀ ਤੇ ਮੇਰੇ ਪ੍ਰਚਾਰਕ ਸਹਿਬਾਨ ਇੱਥੇ ਪਹੁੰਚੇ। ਆਸ-ਪਾਸ ਦੀਆਂ ਸੰਗਤਾਂ ਵੀ ਪਹੁੰਚੀਆਂ। ਇੱਥੋਂ ਦੇ ਅਸੀਂ ਧੰਨਵਾਦੀ ਹਾਂ ਸਰਦਾਰ ਬਲਵੀਰ ਸਿੰਘ ਜੀ, ਜਿਨ੍ਹਾਂ ਨੂੰ ਇੱਥੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ। ਉਹਨਾਂ ਨੇ ਬਾਖੂਬੀ ਨਿਭਾਈ ਹੈ। 295A ਦਾ ਪਰਚਾ ਦੋਸ਼ੀਆਂ ਦੇ ਉੱਪਰ ਕੀਤਾ ਗਿਆ ਹੈ ਤੇ ਅਗਾਂਹ ਤੋਂ ਵੀ ਸਿੱਖ ਸੰਗਤਾਂ ਸੁਚੇਤ ਰਹਿਣ। ਥਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਹਰ ਹੀਲੇ ਬਰਕਰਾਰ ਰੱਖਿਆ ਜਾਵੇ। ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਲਾਗੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ। ਉੱਥੇ ਮੌਕੇ ਤੇ ਪਹੁੰਚੇ ਸੀ ਅਸੀਂ। ਮੌਕੇ ਤੇ ਪਹੁੰਚ ਕੇ ਜੋ ਦੇਖਿਆ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰਕ ਅਹੁਦੇਦਾਰ ਸਾਹਿਬਾਨ ਜਿਹੜੇ ਵੀ ਮੌਕੇ ਤੇ ਆਏ ਹੋਏ ਸੀ ਤੇ ਹੋਰ ਸਿੱਖ ਜਥੇਬੰਦੀਆਂ ਵੀ ਉੱਥੇ ਮੌਕੇ ਤੇ ਖੜੀਆਂ ਸੀਗੀਆਂ। ਭਾਈ ਹਰਦਮਨ ਸਿੰਘ ਉਹਨਾਂ ਨੇ ਸਾਡੇ ਕੋਲ ਇੱਕ ਬਿਆਨ ਲਿਖਵਾਇਆ ਵੀ ਅੱਜ ਹਵਾ ਜਦੋਂ ਵਗਦੀ ਸੀਗੀ, ਹਵਾ ਵਗਦੀ ਵਿੱਚ ਉਹ ਗਲੀ ਵਿੱਚ ਤੁਰੇ ਆਉਂਦੇ ਸੀ ਤੇ ਗੁਟਕਾ ਸਾਹਿਬ ਦੇ ਅੰਗ ਅੱਧ ਜਲੇ ਹੋਏ ਉਹਦੀ ਗਲੀ ਦੇ ਵਿੱਚ ਉਹਨਾਂ ਨੇ ਦੇਖੇ ਤੇ ਉਹ ਦੇਖਦਿਆਂ ਉਹਨਾਂ ਨੇ ਪੜਤਾਲ ਕੀਤੀ ਵੀ ਕਿਹੜੀ ਸਾਈਡ ਤੋਂ ਆਏ। ਥੋੜ੍ਹੇ ਅੱਗੇ ਗਏ ਤੇ ਉੱਥੇ ਕੁਛ ਹੋਰ ਇੱਕ
ਪੰਜਾਬੀ ਦੇ ਲਿਟਰੇਚਰ ਨੂੰ ਅੱਗ ਲਾਈ ਹੋਈ ਸੀਗੀ, ਜਿਹੜਾ ਕੋਈ ਪੰਜਾਬੀ ਦਾ ਹੱਥ ਲਿਖਤ ਲਿਟਰੇਚਰ ਸੀ ਕਿਸੇ ਦਾ। ਉਹਨਾਂ ਨੇ ਉਹਦੀ ਪੜਤਾਲ ਕੀਤੀ, ਆਪਣੇ ਬਿਆਨ 'ਚ ਲਿਖਾਇਆ ਵੀ ਦੇਖਿਆ ਵੀ ਇੱਕ ਬਲਵਿੰਦਰ ਸਿੰਘ ਜੋਲ ਕਮਿਸ਼ਨ ਹੈ ਉੱਥੇ ਗੁਆਂਢ ਵਿੱਚ ਹੀ ਰਹਿੰਦਾ, ਵੀ ਉਹਦੇ ਹੱਥ ਲਿਖਤ ਤੇ ਥੱਲੇ ਉਹਦੇ ਸਾਈਨ ਹੋਏ ਵਿੱਚ ਅੱਧ ਜਲੇ ਹੋਈਆਂ ਲਿਟਰੇਚਰ ਹੋਰ ਉੱਥੋਂ ਮਿਲਿਆ ਜੀ। ਉਹਨਾਂ ਨੇ ਬਲਵਿੰਦਰ ਸਿੰਘ ਨੂੰ ਕਹਿੰਦੇ ਅਸੀਂ ਬੁਲਾ ਲਿਆ ਮੌਕੇ 'ਤੇ, ਉਹਨਾਂ ਦੇ ਪਰਿਵਾਰ ਨੂੰ ਬੁਲਾਇਆ, ਜਿਨ੍ਹਾਂ ਨੇ ਕਿਹਾ ਵੀ ਪਰਸੋਂ ਅਸੀਂ ਇੱਥੇ ਇੱਕ ਘਰ ਦੇ ਵਿੱਚੋਂ ਪੁਰਾਣਾ ਲਿਟਰੇਚਰ ਕੱਢ ਕੇ ਅਸੀਂ ਜਿਹੜਾ ਇਹ ਅੱਗ ਲਾਈ ਸੀਗੀ, ਜਿਹਦੇ ਵਿੱਚ ਉਹਨਾਂ ਤੋਂ ਇਹ ਗੁਟਕਾ ਸਾਹਿਬ ਦੇ ਜਿਹੜੇ ਅੰਗ ਆ ਉਹ ਵਿੱਚ ਆ ਗਏ ਵੀ ਸਾਤੋਂ ਗਲਤੀ ਹੋਈ ਹੈ ਇਹ, ਵੀ ਉਹਨਾਂ ਨੇ ਬਿਆਨ ਦੇ ਵਿੱਚ ਲਿਖਵਾਇਆ। ਅਸੀਂ ਉਹਨਾਂ ਦਾ ਬਿਆਨ ਲਿਖ ਕੇ 295 AIPC ਦੇ ਤਹਿਤ ਜਿਹੜੀ ਆ ਬਲਵਿੰਦਰ ਸਿੰਘ ਜੌਹਲ ਜਿਹੜੇ ਕਮਿਸ਼ਨ ਨੇ, ਉਹਨਾਂ ਦਾ ਬੇਟਾ ਇੱਕ ਗੁਰਜੀਤ ਸਿੰਘ ਰਾਜੂ ਤੇ ਇੱਕ ਬਲਵਿੰਦਰ ਕੌਰ ਉਹਨਾਂ ਦੀ ਨੂੰਹ ਆ, ਜਿਹੜਾ ਤਿੰਨਾਂ ਦੇ ਖਿਲਾਫ 295 AIPC ਦੇ ਵਿੱਚ ਜਿਹੜੀ ਕਾਰਵਾਈ ਕੀਤੀ ਆ ਤੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਅਸੀਂ ਜਿਹੜੀ ਪਾਈ ਹੈ। ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਚੱਲਦੇ ਇੱਕ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸ ਦੇ ਚੱਲਦੇ ਪੁਲਿਸ ਨੇ ਬਿਜਲੀ ਵਿਭਾਗ ਦੇ 2 JE ਅਤੇ 2 ਹੋਰ ਅਣਪਛਾਤੇ ਲੋਕਾਂ ਉੱਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਬਿਜਲੀ ਕਰਮਚਾਰੀ ਨੇ ਸਰਕਾਰ ਦੇ ਵਿਰੁੱਧ ਜੰਮ ਕੇ ਮੁਰਦਾਬਾਦ ਦੀ ਨਾਅਰੇਬਾਜ਼ੀ ਵੀ ਕੀਤੀ ਅਤੇ ਮ੍ਰਿਤਕ ਨੂੰ ਇਨਸਾਫ ਦਿਵਾਉਣ ਅਤੇ ਉਸ ਦੇ ਪਰਿਵਾਰ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਵੀ ਕੀਤੀ ਹੈ। ਮ੍ਰਿਤਕ ਕੁਲਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਮਲਦੀਪ ਸਿੰਘ ਜੋ ਹੁਣ ਬਿਜਲੀ ਵਿਭਾਗ ਵਿੱਚ ਬਤੌਰ ਸਹਾਇਕ ਲਾਈਨਮੈਨ ਭਰਤੀ ਹੋਇਆ ਸੀ, ਉਸ ਨੂੰ ਵਿਭਾਗ ਦੇ ਲੋਕਾਂ ਦੀ ਲਾਪਰਵਾਹੀ ਦੇ ਕਾਰਨ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਗਿਆ। ਫਾਜ਼ਿਲਕਾ ਵਿਖੇ ਸਰਬਨ ਦੇ ਵਿੱਚ ਕੁਲਦੀਪ ਸਿੰਘ ਦੀ ਡੈਥ ਹੋਈ ਹੈ, ਉਹਦੇ ਵਿੱਚ SDO ਜ਼ਿੰਮੇਵਾਰ ਹੈ ਜੀ ਇਹਦਾ, ਕਿਉਂਕਿ ਸਹਾਇਕ ਲਾਈਨਮੈਨ ਦੀ ਡਿਊਟੀ ਨਹੀਂ ਬਣਦੀ HT ਲਾਈਨ ਤੇ ਕੰਮ ਕਰਦੀ। ਇਹਦੇ ਵਿੱਚ SDO ਤੇ ਕਰਨੀ ਖੇੜੇ ਗ੍ਰਿਡ ਤੇ ਜਿਹੜੇ ਤੈਨਾਤ ਅਧਿਕਾਰੀ ਹੈ JE ਨਛੱਤਰ ਸਿੰਘ ਤੇ ਕੁਲਵੀਰ ਸਿੰਘ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਦੂਜਾ ਨੰਬਰ, ਪਰਿਵਾਰ ਨੂੰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਪਰਿਵਾਰ ਨੂੰ ਨੌਕਰੀ ਤੇ ਕਰੋਨਾ ਮਹਾਮਾਰੀ ਦੇ ਤਹਿਤ ਜਿਵੇਂ ਡਾਕਟਰਾਂ ਨੂੰ ਤੇ ਪੰਜਾਬ ਪੁਲਿਸ ਨੂੰ 50 ਲੱਖ ਰੁਪਇਆ ਮੁਆਵਜ਼ਾ ਦੇ ਰਹੀ ਹੈ ਸਰਕਾਰ, ਉਸੇ ਤਰ੍ਹਾਂ ਪਰਿਵਾਰ ਨੂੰ 50 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ 24 ਘੰਟੇ ਬਿਜਲੀ ਮੁਲਾਜ਼ਮ ਮੌਤ ਦੇ ਮੂੰਹ ਦੇ ਵਿੱਚ ਨੌਕਰੀ ਕਰ ਰਹੇ ਹੈ ਜੀ। ਨਵਾਂ ਮੁੰਡੇ ਦੇ ਫਿਲਡ ਤੇ ਕੰਮ ਕਰ ਰਿਹਾ ਸੀ, ਇਹਨਾਂ ਨੂੰ ਕੁਲਦੀਪ ਸਿੰਘ ਲਾਈਨਮੈਨ ਇਹ ਜੀ ਹੈਗੇ ਆ ਤੇ ਨਛੱਤਰ ਸਿੰਘ ਇਹਨਾਂ ਇਹ ਇੰਚਾਰਜ ਹੈਗੇ ਆ। ਇਹਨਾਂ ਕਿਹਾ ਸੀ ਨਾ ਕਿ ਬ੍ਰੇਕਡਾਊਨ ਹੈਗੀ ਚੱਕ ਲਓ ਤੁਸੀਂ, ਵੀ ਲਾਈਨ ਬੰਦ ਕਰਕੇ ਪਰਮਿਟ ਲਿਆ ਹੋਇਆ, ਤੇ ਇਹਨਾਂ ਨੇ ਆਊਟਗੋਇੰਗ ਤੋਂ ਪਹਿਲੇ ਬ੍ਰੇਕਡਾਊਨ ਚੱਕ ਕੇ ਆਊਟਗੋਇੰਗ ਜੰਪਰ ਕਰ ਲਏ ਸੀਗੇ, ਫਿਰ ਥੱਲੇ ਚਾਹ ਪਾਣੀ ਪੀ ਕੇ ਨਾ ਉਸ ਤੋਂ ਮੁੜ ਕੇ ਨਾ ਇਨਕਮਿੰਗ ਦੇ ਜੰਪਰ ਕਰ ਰਹੇ ਸੀ, ਤੇ ਥੋੜ੍ਹਾ ਬਹੁਤ ਕਰ ਲਿਆ, ਥੋੜ੍ਹਾ ਰਹਿੰਦਾ ਸੀ ਕਰੀ ਜਾਂਦੇ ਸੀ, ਪਰ ਇੱਕਦਮ ਝਟਕਾ ਲੱਗਿਆ ਤੇ ਇਹ ਝੁਲਸ ਗਿਆ, ਸਾਰਾ ਝੁਲਸ ਗਿਆ, ਥੱਲੇ ਡਿੱਗ ਪਿਆ ਤੇ ਉਹਨਾਂ ਦੀ ਪੂਰਾ ਫ੍ਰੈਕਚਰ ਹੋ ਗਿਆ। ਕੁਲਬੀਰ ਸਿੰਘ ਇਹ ਜੀ ਹੈਗੇ ਜੀ, JE ਸਾਹਿਬ ਹੈਗੇ ਜੀ, ST ਸਾਹਿਬ ਹੈਗੇ ਜੀ, ਐਕਸ਼ਨ ਸਾਰੀ ਮਿਹਨਤ ਸਾਰੀ ਹੈਗੀ ਜੀ ਕੁੱਲ ਮਿਲਾ ਕੇ ਦਾ, ਵੀ ਜੇ ਸਾਈਕਲ ਲਾਈਨਮੈਨ ਦੀ ਡਿਊਟੀ ਬੰਦੀ ਨੈਚਟੀ ਤੇ ਕਿਉਂ HT ਦਾ ਕੰਮ ਕਰਾ ਰਹੇ ਉਹਨਾਂ ਨੂੰ? ਸਰ ਉਹਨਾਂ ਦੀ ਮਤਲਬ ਨਿਗਰਾਨੀ ਵਿੱਚ ਹੀ ਹਾਦਸਾ ਵਾਪਰਿਆ, ਕਿਉਂ ਉਹਨਾਂ ਨੇ ਅਣਗਹਿਲੀ ਬਹੁਤ ਕੀਤੀ ਹੈ ਜੀ। ਕਿਸ ਤਰ੍ਹਾਂ ਦੀ ਅਣਗਹਿਲੀ ਸਮਝਦੇ ਹੋ ਕੀ ਹੋਈ ਹੈ? ਅਣਗਹਿਲੀ ਇੱਕ ਤਰਫ ਆਪਾਂ ਉਹਨਾਂ ਨੂੰ ਕੰਮ ਤੇ ਖੰਭੇ ਦੇ ਉੱਪਰ ਕੋਲ ਤੇ ਚੜਾਇਆ ਹੋਇਆ ਜੀ, ਦੂਜੀ ਤਰਫ ਆਪਾਂ ਜਾ ਕੇ ਉਹਨਾਂ ਦੂਸਰੇ ਟਰਾਈ ਲੈਂਦੇ ਪਏ ਜੀ। ਹਾਂਜੀ, ਬਿਜਲੀ ਦੇ ਸ਼ਾਰਟ ਲੱਗੇ ਮ੍ਰਿਤਕ ਨੂੰ ਹਾਦਸਾ 4/5/2020 ਦਾ ਜੀ, ਜਿਹਦੀ ਕੱਲ ਮੌਤ ਹੋ ਗਈ ਰਜਿੰਦਰਾ ਹਸਪੀਟਲ 'ਚ। ਇਹਦੇ ਪ੍ਰਤੀ ਮੁਲਾਜ਼ਮਾਂ ਦੀ ਲਾਪਰਵਾਹੀ ਨਾਲ ਇਹ ਹਾਦਸਾ ਹੋਇਆ। ਮੁਕੱਦਮਾ ਨੰਬਰ 173 ਅਸੀਂ ਦਰਜ ਕੀਤਾ ਹੈ ਜੀ। 2 ਉਹਦੇ ਬਾਈ ਨੇਮ ਹੈ ਜੀ, ਇੱਕ ਤਾਂ JE ਕੁਲਬੀਰ ਸਿੰਘ, ਦੂਸਰਾ JE ਨਛੱਤਰ ਸਿੰਘ। 304A 338 279 ABC। ਇੱਕ ਕੰਮ ਕਿੱਥੇ ਕਰ ਰਿਹਾ ਸੀਗਾ ਮ੍ਰਿਤਕ ਜੀ? ਇਹ ਪਿੰਡ ਮੁੰਬਈ ਕੇ 11 KV ਲਾਈਨ ਤੇ। ਤੇ ਕਿੰਨੀ ਕੁ ਵੱਡੀ ਲਾਪਰਵਾਹੀ ਸੀਗੀ ਇਹਦੇ ਸਾਰੇ ਮਾਮਲੇ ਦੇ ਅੰਦਰ ਤੁਹਾਡੀ? ਲਾਪਰਵਾਹੀ ਤਾਂ ਬਹੁਤ ਜ਼ਿਆਦਾ ਬਣਦੀ ਜੀ। ਜੋ ਮੇਰਾ ਪਰਮਿਟ ਲਾਈਨ ਬਿਜਲੀ ਕੱਟੀ ਹੈ, ਇਹਨਾਂ ਨੇ ਯਕਦਮ ਮਤਲਬ ਚੈੱਕ ਕਰਨ ਦੀ ਭਾਜੀ ਇਹ ਆਰਡਰ ਹਸਪੀਟਲ ਨਾਲ ਸ਼ਿਫਟ ਹੁੰਦਾ ਰਿਹਾ, ਬਿਆਨ ਦੇਣ ਦੇ ਕੁਝ ਫਿੱਟ ਨਹੀਂ ਸੀ, ਇਸ ਵਜ੍ਹਾ ਕਾਰਨ ਲੇਟ ਹੋ। ਰਾਤ ਹੀ ਸਾਨੂੰ ਮੈਸੇਜ ਮਿਲਿਆ ਰਜਿੰਦਰਾ ਹਸਪੀਟਲ ਤੋਂ, ਅੱਜ ਸਵੇਰ ਡੈਡ ਬੋਡੀ ਲੈ ਕੇ ਤੇ ਕਾਰਵਾਈ ਸ਼ੁਰੂ ਕਰਤੀ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। Ashoka Tandoori Range. Enjoy the Indian taste. Ashoka Tandoori Range. Enjoy the Indian taste. ਬਟਾਲਾ ਦੇ ਸਿਨੇਮਾ ਰੋਡ ਉੱਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਵਿੱਚ 28 ਸਾਲਾ ਨੂੰਹ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਟਾਲਾ ਦੇ ਸਿਨੇਮਾ ਰੋਡ ਉੱਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਵਿੱਚ 28 ਸਾਲਾ ਨੂੰਹ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾ ਮਨਦੀਪ ਕੌਰ ਦਾ ਪਤੀ ਪਿਛਲੇ 2 ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ ਅਤੇ ਮ੍ਰਿਤਕਾ ਮਨਦੀਪ ਆਪਣੇ 2 ਸਾਲ ਦੇ ਬੇਟੇ ਦੇ ਨਾਲ ਸੱਸ ਸਹੁਰੇ ਦੇ ਨਾਲ ਸਹੁਰਾ ਘਰ ਵਿੱਚ ਰਹਿ ਰਹੀ ਸੀ। ਮਨਦੀਪ ਕੌਰ ਪਿੰਡ ਮਹਿਤਾ ਦੀ ਰਹਿਣ ਵਾਲੀ ਸੀ ਅਤੇ 2016 ਵਿੱਚ ਉਸ ਦਾ ਵਿਆਹ ਬਟਾਲਾ ਦੇ ਸਿਨੇਮਾ ਰੋਡ ਉੱਤੇ ਰਹਿਣ ਵਾਲੇ ਸਤਵੰਤ ਸਿੰਘ ਨਾਲ ਹੋਇਆ ਸੀ। ਬੀਤੇ ਦਿਨ ਮਨਦੀਪ ਦੀ ਲਾਸ਼ ਉਸ ਦੇ ਸਹੁਰਾ ਘਰ 'ਚ ਹੀ ਪੱਖੇ ਨਾਲ ਲਟਕਦੀ ਹੋਈ ਮਿਲੀ। ਮ੍ਰਿਤਕਾ ਦੇ ਪਿਤਾ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀ ਧੀ ਮਨਦੀਪ ਕੌਰ ਦਾ ਵਿਆਹ ਜਦੋਂ ਤੋਂ ਸਤਵੰਤ ਸਿੰਘ ਦੇ ਨਾਲ ਹੋਇਆ ਸੀ ਉਦੋਂ ਤੋਂ ਉਸ ਦੇ ਸਾਰਾ ਪਰਿਵਾਰ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ। ਮੰਗੀ ਜਾਂਦੇ ਖਾ ਨਿਕਲੇ ਨੂੰ ਕੁਝ ਕੱਲ ਨੌਕਰਾਨੀ ਬਣਾ ਕੇ ਕੰਮ ਕਰ, ਭਾਂਡੇ ਮਾਂਜ, ਸਾਡੇ ਹੋਰ ਤੈਨੂੰ ਕੁਝ ਨਹੀਂ। ਸੱਸ ਵੀ ਕਹਿੰਦੀ ਤੂੰ ਕੰਮ ਕਰ, ਘਰੇ ਰਹਿ। ਗੱਡੀ ਦੀ ਮੰਗ ਕਰਦੇ ਆਪ ਸਾਰੇ ਘਰੋਂ ਘਰੀ ਚੱਲ ਜਾਂਦੇ ਕੰਮ ਦੇ, ਉਹਨੂੰ ਕੱਲੀ ਨੂੰ ਭਾਂਡੇ ਮਾਂਜ ਤੇ ਉਹ ਕਰਤੇ ਜੇ ਕਰਤੇ। ਉਹਨੂੰ ਕੁੱਟਿਆ ਅੱਜ ਸਵੇਰੇ ਵੀ, ਉਹਨੇ ਫੋਨ ਕੀਤਾ ਮੈਨੂੰ, ਫਿਰ ਮਾਰਿਆ ਅੱਜ। ਕਿੰਨੀ ਦੇਰ ਹੋਈ ਜੀ ਇਹਨਾਂ ਨੇ? 4 ਸਾਲ ਹੋਏ ਆ। 4 ਸਾਲ ਵਿੱਚ ਕਿੰਨੀ ਵਾਰੀ ਮਾਰ ਕੁਟਾਈ ਹੋ ਚੁੱਕੀ? ਉਹ ਕਹਿੰਦੇ ਦੱਸਿਆ ਨਹੀਂ ਉਹਨੇ, ਦੱਸ ਦੇ ਛੱਡ ਲੈ ਜਾ, ਜਦੋਂ ਜ਼ਿਆਦਾ ਤਕਰੀਬਨ ਨਹੀਂ ਲੈ ਜਾਣਾ, ਫੇਰ ਛੱਡ ਜਾਓ, ਫੇਰ ਛੱਡ ਜਾਓ। ਫਿਰ ਉਹਨੇ ਕਿਹਾ ਮੈਂ ਆਪਣੇ ਘਰ ਵਸਾਂ, ਚੰਗੀ ਰਹੂੰਗੀ, ਵਸੂੰਗੀ ਆਪਣੇ। ਪਰ ਸੋਮਵਾਰ ਛੱਡ ਕੇ ਗਿਆ ਮੈਂ। ਹੁਣ ਤਾਂ ਜਿਹੜੀ ਇਹਨਾਂ ਸੁਸਾਈਡ ਕੀਤਾ ਲੜਕੀ ਨੇ, ਉਹ ਨਹੀਂ, ਇਹਨਾਂ ਨੇ ਮਾਰੀ, ਸੁਸਾਈਡ ਥੋੜਾ ਕੀਤਾ ਉਹਨੇ। ਇਹਨਾਂ ਨੇ ਗਾਲ ਘੁੱਟਦਾ, ਗਾਲ ਮਾਰ, ਗਾਲ ਸੁੱਟਦਾ। ਇਹ ਬੜੀ ਤੁਸੀਂ ਕੀ ਪੁਲਿਸ ਤੋਂ ਕੀ ਮੰਗ? ਮੈਂ ਤਾਂ ਕਹਿੰਦਾ ਇਹਨਾਂ ਨੂੰ ਸਾਰੇ ਟੱਬਰ ਨੂੰ ਅੰਦਰ ਕਰੋ, ਬੰਨੋ ਇਹਨਾਂ ਨੂੰ। ਇਹਦਾ ਜਿਹੜਾ ਜੇਠ ਸਿੰਘ ਇਹਨਾਂ ਨੂੰ ਇੰਟਰੋਗੇਟ ਕਰੋ, ਪਤਾ ਲੱਗ ਜੂ ਕਿਹਨਾਂ ਨੇ ਮਾਰਿਆ। ਉੱਥੇ ਹੀ ਮ੍ਰਿਤਕਾ ਦੇ ਸਹੁਰਾ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਮਨਦੀਪ ਕੌਰ ਨੇ ਜਦੋਂ ਖੁਦਕੁਸ਼ੀ ਕੀਤੀ ਉਸ ਸਮੇਂ ਮਨਦੀਪ ਘਰ ਵਿੱਚ ਇਕੱਲੀ ਸੀ। ਉਹਨਾਂ ਦਾ ਵੱਡਾ ਪੁੱਤਰ ਅਤੇ ਨੂੰਹ ਆਪਣੇ ਕੰਮ ਉੱਤੇ ਸਨ ਅਤੇ ਮਨਦੀਪ ਦੀ ਸੱਸ ਵੀ ਘਰ ਵਿੱਚ ਨਹੀਂ ਸੀ। ਇਹ ਗੱਲ ਆ ਵੀ ਉਹ ਜੋ ਆਖ ਸੱਚ ਆ। ਅੱਛਾ ਜੀ। ਪਰ ਕੋਈ ਇਹੋ ਜੀ ਗੱਲ ਕੋਈ ਇਹੋ ਜੀ ਹੈ ਨਹੀਂ ਹੈਗੀ। ਮੈਂ ਤੇ ਕੰਮ ਤੇ ਹਾਂ। ਅੱਛਾ ਜੀ। ਮੈਂ ਕੰਮ ਤੇ ਹਾਂ ਤੇ ਮੈਂ ਆਰੀ ਦਾ ਕੰਮ ਕਰਦਾ। ਅੱਛਾ ਜੀ। ਮੇਰੇ ਫੋਨ ਦੇ ਵਿੱਚ ਵੀ ਮੈਨੂੰ ਨਹੀਂ ਪਤਾ ਲੱਗਾ, ਮੇਰੇ ਮਾਲਕਾਂ ਨੂੰ ਕਿਸੇ ਨੇ ਮੈਨੂੰ ਫੋਨ ਕੀਤਾ। ਮੈਂ ਉੱਥੇ ਜਦੋਂ ਮੈਨੂੰ ਫੋਨ ਮੈਂ ਸੁਣਿਆ ਤੇ ਮੇਰੇ ਭਤੀਜੇ ਦਾ ਫੋਨ ਆਇਆ ਵੀ ਭਾਬੀ ਨੇ ਆਹ ਕੰਮ ਕਰ ਲਿਆ। ਸਾਡੇ ਘਰ ਦੇ ਵਿੱਚ ਕੋਈ ਵੀ ਨਹੀਂ ਗਾ। ਵਾਈਫ ਮੇਰੀ ਸੀਗੀ, ਉਹ ਬੁਟੀਕ ਤੇ ਸੀਗੀ। ਵੱਡਾ ਨੂੰਹ ਪੁੱਤ ਉਹ ਆਪਣਾ ਸੈਂਟਰ ਚਲਾਉਂਦਾ, ਉੱਥੇ ਹੀਗਾ। ਸੈਂਟਰ ਤੇ ਚੱਲਦਾ ਨਹੀਂ ਉਸ ਤਰ੍ਹਾਂ ਹੀ। ਇਹਦਾ ਬੇਟਾ ਵੀ ਉੱਥੇ ਨਾਲ ਸੀਗਾ ਤੇ ਘਰ ਦੀ ਮੇਰੀ ਆਈ ਆ। ਉਹਨੂੰ ਮਨਦੀਪ ਕਰਕੇ ਆਵਾਜ਼ ਮਾਰੀ ਆ ਤੇ ਆਵਾਜ਼ ਨਹੀਂ ਦਿੱਤੀ। ਇਹ ਉੱਤੇ ਗਈ ਆ ਤੇ ਉੱਤੇ ਪੱਖੇ ਤੇ ਫਿਰ ਮੈਂ ਉਸੇ ਵੇਲੇ ਡਾਕਟਰ ਸਦੀਦ ਕੋਲ ਲੈ ਗਿਆ ਪਹਿਲੋਂ। ਫਿਰ ਡਾਕਟਰ ਸਦੀਦ ਆਂਦਾ ਵੀ ਡਾਕਟਰ, ਫਿਰ ਮੇਰਾ ਹੌਸਲਾ ਨਹੀਂ ਪਿਆ, ਫਿਰ ਮੈਂ ਸਰਕਾਰੀ ਹਸਪਤਾਲ ਲੈ ਗਿਆ। ਉੱਥੇ ਹੀ ਥਾਣਾ ਇੰਚਾਰਜ ਪਰਮਜੀਤ ਸਿੰਘ ਨੇ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਤਫਤੀਸ਼ ਚੱਲ ਰਹੀ ਹੈ। ਦੋਨਾਂ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਨੇ। ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਤੇ ਇੱਕ ਲੜਕੀ ਸੀ ਮਨਦੀਪ ਕੌਰ, ਮਹਿਤੇ ਦੀ ਰਹਿਣ ਵਾਲੀ ਸੀ। ਮਨਦੀਪ ਕੌਰ ਵਾਈਫ ਭੁਪਿੰਦਰ ਸਿੰਘ ਕੌਮ ਰਾਮਗੜੀਆ ਵਾਸੀ ਮਹਿਤਾ ਚੌਂਕ। ਉਹਦੀ 16 ਸੰਨ 'ਚ ਸ਼ਾਦੀ ਸੀ ਬਟਾਲੇ। 2 ਸਾਲ ਦਾ ਉਹਦਾ ਹਸਬੈਂਡ ਜਿਹੜਾ ਅਮਰੀਕਾ ਚਲ ਗਿਆ ਸੀ। ਮਗਰੋਂ ਉਹਦਾ ਸੱਸ ਸਹੁਰਾ, ਜੇਠ ਜਠਾਣੀ ਤੇ ਨਨਾਣ ਨੂੰ ਤੰਗ ਪਰੇਸ਼ਾਨ ਕਰਦੇ ਸੀ, ਸੰਦੇਸ਼ ਦੇ ਜਾਂ ਉੱਤੇ ਵੀ ਡਾਊਟਫੁਲ ਕਰਦੇ ਸੀ। ਕੁੜੀ ਬਿਮਾਰ ਰਹਿਣ 'ਤੇ ਕੋਈ ਦਵਾਈ ਨਹੀਂ ਸੀ ਲੈ ਕੇ ਦਿੰਦੇ। ਅੱਗੇ ਵੀ ਲੜਕੀ ਦਾ ਬਾਪ ਜਿਹੜਾ ਬਿਜਲੀ ਬੋਰਡ 'ਚੋਂ ਰਿਟਾਇਰ ਮੁਲਾਜ਼ਮ ਹੈ, ਉਹ ਆਪੇ ਆਉਂਦਾ ਰਿਹਾ, ਆਪੇ ਛੱਡ ਕੇ ਜਾਂਦਾ ਰਿਹਾ ਤੇ ਆਪੇ ਲੈ ਜਾਂਦਾ ਰਿਹਾ। ਇਹ ਉਹਨਾਂ ਨੂੰ ਕੋਈ ਤਾਲਮੇਲ ਨਹੀਂ ਰੱਖਦੇ ਨਾਲ। ਤੇ ਅੱਜ ਉਹ ਲੜਕੀ ਨੇ ਪੱਖੇ ਦਾ ਫਾਹਾ ਲੈ ਕੇ ਸੁਸਾਈਡ ਕਰ ਲਈ। ਹੁਣ ਕੀ ਤੁਹਾਡੇ ਵੱਲੋਂ ਕੀ ਅਜੇ ਤੱਕ ਬੰਦੀ ਕਾਰਵਾਈ ਕੀਤੀ ਗਈ? ਸਾਡੀ ਹੁਣ ਆਏ ਨੇ ਵਾਰਸ, ਮੌਕਾ ਦੇਖਿਆ, ਆਪਾਂ ਸਟੇਟਮੈਂਟ ਲਿਖਣ ਲੱਗੇ ਹਾਂ। ਜੋ ਜੋ ਕਹਿਣਗੇ ਕਾਰਵਾਈ ਉਹ ਸਟੇਟਮੈਂਟ ਕਹਿਣ ਦੀ ਹੈ। ਜੋ ਬਣਨਗੇ ਉਹਦੇ ਮੁਤਾਬਕ ਹੁਣੇ ਐਫਆਈਆਰ ਦਰਜ ਕਰਕੇ ਤੇ ਪਹਿਲੀ ਕਾਰਵਾਈ ਪੁਲਿਸ ਪਾਰਟੀ ਵੱਲੋਂ ਮੌਕੇ 'ਤੇ ਇੱਥੇ ਕਿਸੇ ਨੂੰ ਲਿਆਂਦਾ ਗਿਆ? ਫਿਰ ਨਹੀਂ, ਅਜੇ ਨਹੀਂ ਹੈ, ਅਜੇ ਲੈ ਕੇ ਨਹੀਂ ਕਿਸੇ ਨੂੰ ਆਏ। ਤੇ ਮੌਕਾ ਹੀ ਦੇਖਿਆ, ਡੈਡ ਬੋਡੀ ਹਸਪੀਟਲ ਭੇਜ ਦਿੱਤੀ ਹੈ। ਬਾਕੀ ਉਹਦੇ ਫਾਦਰ ਨੂੰ ਬੁਲਾਇਆ ਸੀ, ਫਾਦਰ ਲੈ ਕੇ ਆਉਂਦੇ ਨੇ, ਉਸ ਤੋਂ ਬਾਅਦ ਕੀ ਬਣਦੀ ਕਾਰਵਾਈ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਨਦੀਪ ਕੌਰ ਨੇ ਖੁਦਕੁਸ਼ੀ ਕੀਤੀ ਸੀ ਜਾਂ ਸਹੁਰਾ ਪਰਿਵਾਰ ਵੱਲੋਂ ਸਾਜ਼ਿਸ਼ ਕਰ ਉਸ ਦਾ ਕਤਲ ਕੀਤਾ ਗਿਆ। ਗੁਰਦਾਸਪੁਰ ਤੋਂ ਪੱਤਰਕਾਰ ਭੋਪਾਲ ਸਿੰਘ ਦੀ ਰਿਪੋਰਟ।
ਕੋਵਿਡ-19 ਦੇ ਫੈਲਣ ਨਾਲ ਹੋਈ ਤਾਲਾਬੰਦੀ ਦੇ ਕਾਰਨ ਹਰੇਕ ਕਾਰੋਬਾਰ ਨੂੰ ਨੁਕਸਾਨ ਪਹੁੰਚਿਆ। ਇਸ ਦੀ ਚਪੇਟ ਵਿੱਚ ਹੋਟਲਾਂ ਦੇ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਅੰਮ੍ਰਿਤਸਰ ਦੀ ਹੋਟਲ ਐਸੋਸੀਏਸ਼ਨ ਨੇ ਸਰਕਾਰ ਤੋਂ ਵਾਜਬ ਰਾਹਤ ਫੰਡ ਦੀ ਮੰਗ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਸੇਵ ਹੋਟਲ ਸੈਰ टूरिज्म वर्गे नारियां नाल पंजाब सरकार सामने अपनी मंगां रखियां कि हम सरकार से ये मांग कर रहे हैं कि इस इंडस्ट्री को बचाने के लिए, होटल इंडस्ट्री को बचाने के लिए कुछ ना कुछ दे। जिस तरीके हिमाचल में गवर्नमेंट ने होटलों के बिजली के बिल और उसके सारे प्रॉपर्टी टैक्स, उसके पानी के बिल और उनको उन्होंने कुछ पैकेज भी दिया साथ में, और हम भी यही चाहते हैं और मोदी सरकार को भी यही कहना चाहते हैं कि आप जो सेंटर के अधीन जो आपके डिपार्टमेंट है, जीएसटी है और उसके साथ साथ बैंकों के लोन है, हमें जीएसटी का रिफंड दिया जाए ताकि हम अपने होटलों को आगे रिवाइव कर सकें। पंजाब दे विच आए दिन धोखाधड़ी दीआं वारदातां सामने आउंदियां रहिंदियां ने। हुण नवां मामला सामने आया है हरीके रोड पग्गूपुर तो, जिथे 4 व्यक्तियों वालों पेट्रोल पंप तो आल्टो कार च 1000 रुपए का तेल पवा के फरार होने का मामला सामने आए। ये सारी घटना सीसीटीवी कैमरे विच कैद हो गई है, जिस तो बाद पंप मालक ने पुलिस नूं सूचित किया ते आप खुद भी उक्त व्यक्तियों का पीछा किया। गड्डी सवारां ने गड्डी भजाउण की बड़ी कोशिश की, पर पुलिस ते पंप मालक ने उन्हां नूं काबू कर लिया ते पुलिस ने दस्सिया कि मुलजमां विरुद्ध मामला दर्ज करके अगलेरी कार्रवाई शुरू कर दी है। इत्थे ना अचानक 4 बंदे अल्टो गड्डी ते आए है जी, ਤੇ ਉਹਨਾਂ ਜੋ ਇੱਕ ਜਣਾ ਉੱਤਰ ਕੇ ਤੇ ਤੇਲ ਦੀ ਡਿਮਾਂਡ ਕੀਤੀ, ਉਹਨੇ ਵੀ 1000 ਦਾ ਤੇਲ ਪਾ ਦਿੱਤਾ ਜਾਵੇ। ਬੰਦੇ ਸਾਡੇ ਨੇ ਪਾਤਾ ਤੇਲ ਜੀ, ਤੇ ਉਹ ਪਹਿਲਾਂ ਇਸ਼ਾਰਾ ਕਰਦਾ ਸੀ ਵੀ ਆਵੇ ਪੈਸੇ ਦੇਣਾ, ਮੁੜ ਕੇ ਅਚਾਨਕ ਉਹਨੇ ਗੱਡੀ ਤੇਜ਼ ਕਰਕੇ ਸਪੀਡ 'ਚ ਭਜਾ ਲਈ ਹੈ ਜੀ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦਾ ਗਾੜੀ 10 ਕਿਲੋਮੀਟਰ ਤੇ ਜਾ ਕੇ ਇੱਕ ਪੈਟਰੋਲ ਪੰਪ ਆ। ਉਹ ਪੈਟਰੋਲ ਪੰਪ ਤੇ ਅਸੀਂ ਜਾ ਕੇ ਨਾਕਾਬੰਦੀ ਕੀਤੀ, ਆਪਦੇ ਯਾਰ ਦੋਸਤ ਲੈ ਗਏ, ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਉਹਨਾਂ ਨੇ ਗੱਡੀ ਇੱਕ ਲਾਗੇ ਪਈ ਤੋਂ ਘੁਮਾ ਲਈ ਜੀ, ਤੇ ਪਿੰਡ ਸੁਭਰਾ ਰਸਤੇ ਨੂੰ ਪਾ ਲਈ, ਜੋ ਕਿ ਪੁਲਿਸ ਨੂੰ ਇਨਫੋਰਮ ਕਰਦਿਆਂ ਰਸਤੇ ਵਿੱਚ ਜਾਂਦਿਆਂ ਕਾਲ ਕਰ ਦਿੱਤੀ ਗਈ। ਬਾਅਦ ਵਿੱਚ ਉਹਨਾਂ ਦਾ ਪਿੱਛਾ ਕਰਦੇ ਕਰਦੇ 4-5 ਕਿਲੋਮੀਟਰ ਪੈਦਲ ਜਾਣਾ ਪਿਆ। ਪੈਦਲ ਜਾ ਕੇ ਪੁਲਿਸ ਨੂੰ ਨਾਲ ਲੈ ਕੇ ਉਹਨਾਂ ਬੰਦਿਆਂ ਨੂੰ ਹਿਰਾਸਤ 'ਚ ਲਿਆ, ਤੇ ਇੱਕ ਬੰਦਾ ਜਿਹੜਾ ਥੋੜਾ ਦੂਰ ਭੱਜ ਗਿਆ ਸੀ, ਉਹਨੂੰ ਹਿਰਾਸਤ 'ਚ ਲੈਣ ਲੱਗਿਆ ਸਾਨੂੰ 10-15 ਮਿੰਟ ਜ਼ਿਆਦਾ ਖੱਜਲ ਖੁਆਰੀ ਪੁਲਿਸ ਦੀ ਹੋਈ। ਸੋ ਇਹਦਾ ਕਰਕੇ ਅਸੀਂ ਮੰਗ ਕਰਦੇ ਹਾਂ ਵੀ 4 ਬੰਦੇ ਜਿਹੜੇ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਆ। ਮਾਨਯੋਗ ਐਸਐਸਪੀ ਸਾਹਿਬ, ਮਾਨਯੋਗ ਡਿਪਟੀ ਪੱਟੀ, ਮਾਨਯੋਗ ਏਐਸਆਈ ਚਰਨ ਸਿੰਘ, ਸਾਰਿਆਂ ਨੂੰ ਇਹ ਜਿਹੜੀ ਗੱਲਬਾਤ ਫੋਨ ਤੇ ਸਾਡੀ ਹੋ ਚੁੱਕੀ ਆ, ਇਹਨਾਂ ਦੇ ਬੰਦੀ ਸਖਤ ਕਾਰਵਾਈ ਕੀਤੀ ਜਾਵੇ। ਇਹੋ ਹੀ ਕਿ ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੈਟਰੋਲ ਪੰਪਾਂ ਨੂੰ ਬਿਲਕੁਲ ਸੁਰੱਖਿਆ ਚੱਲ ਰਹੇ ਆ, ਇਹਨਾਂ ਲਈ ਵੀ ਥੋੜਾ ਜਿਹਾ ਖਾਸ ਧਿਆਨ ਦਿੱਤਾ ਜਾਵੇ। ਕੱਲ੍ਹ ਨੂੰ ਅੱਗੇ ਵੀ ਕੋਈ ਵਾਰਦਾਤ ਪੰਪਾਂ ਤੇ ਹੋਈ? ਇੱਕ 9-10 ਦਿਨ ਪਹਿਲਾਂ ਜੀ ਇੱਕ ਵਾਰੀ ਗੱਡੀ ਤੇਲ ਭਜਾ ਕੇ ਭੱਜੀ ਸੀ। ਪੁਲਿਸ ਦਾ ਕੋਈ ਮੁਲਾਜ਼ਮ ਨਹੀਂ ਇੱਥੇ ਹੁੰਦਾ? ਪੁਲਿਸ ਦਾ ਮੁਲਾਜ਼ਮ ਇੱਕ ਵਾਰੀ ਨੋਟ ਕਰਕੇ ਲੈ ਗਿਆ ਜੀ, ਤੇ ਸੋ ਉਹਦਾ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਗਾਂ ਸਾਡਾ ਖਾਸ ਧਿਆਨ ਰੱਖਿਆ ਜਾਵੇ। ਇਹ ਆਪਣੇ 25 ਤਰੀਕ ਦੀ ਗੱਲ ਆ। 25 ਤਰੀਕ ਨੂੰ ਸ਼ਾਮ 3 ਵਜੇ ਦਾ ਵਕਤ ਸੀ। ਭੱਗੂਪੁਰ ਪੰਪ ਨੂਰ ਫਿਲਿੰਗ ਸਟੇਸ਼ਨ ਭੱਗੂਪੁਰ ਤੋਂ ਇਹ ਮੁੰਡੇ ਤੇਲ ਪਾਉਣ ਆਏ। 1000 ਦਾ ਤੇਲ ਪਵਾਇਆ ਇਹਨਾਂ ਨੇ। ਤੇਲ ਪਵਾ ਕੇ ਤੇ ਪੈਸੇ ਦੇਣ ਦੀ ਬਜਾਏ ਗੱਡੀ ਭਜਾ ਕੇ ਲੈ ਗਏ ਆ। ਤੇ ਇਹਦਾ ਉਹਨਾਂ ਨੇ ਕੀਤਾ, ਪੰਪ ਵਾਲਿਆਂ ਨੇ ਸ਼ਿਕਾਇਤ ਆਪਾਂ ਨੂੰ, ਫਿਰ ਉਹਦਾ ਪਰਚਾ ਦਰਜ ਕਰਕੇ ਫਿਰ 379 'ਚ ਦਰਜ ਕਰਕੇ ਫਿਰ ਇਹਨਾਂ ਨੂੰ ਆਪਾਂ ਨਾਕਾਬੰਦੀ ਕਰਕੇ ਰਾਉਂਡ ਅਪ ਕਰਕੇ ਬੰਦੇ ਅਰੈਸਟ ਕਰਦੇ ਆ। ਹੋਰ ਵੀ ਸਰ ਕੋਈ ਬਰਾਮਦ ਹੋਣ ਦੀ ਕੋਈ ਚੀਜ਼ ਹੈ? ਇਹ ਰਿਮਾਂਡ ਤੇ ਚੱਲ ਰਿਹਾ, ਪੁੱਛਗਿੱਛ ਚੱਲ ਰਹੀ ਆ ਫਿਲਹਾਲ। ਅਜੇ ਤੱਕ ਹੋਰ ਕੋਈ ਹੋਣੀ ਨਾ ਕੋਈ ਬਰਾਮਦ, ਤੇ ਗਾਂ ਰਿਮਾਂਡ ਤੇ ਚੱਲ ਰਿਹਾ, ਬਾਕੀ ਵੇਖਦੇ ਹਾਂ ਇਨਵੈਸਟੀਗੇਸ਼ਨ ਕਰਕੇ ਨਿਕਲਦਾ। ਹਾਕੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਇਆ ਜਾਵੇਗਾ, ਜਿਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤੀ ਹੈ। ਆਓ ਵੇਖਦੇ ਹਾਂ ਖਾਸ ਰਿਪੋਰਟ। ਹਾਕੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਹਾਕੀ ਖਿਡਾਰੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ 'ਚ ਬਣਾਇਆ ਜਾਵੇਗਾ, ਜਿਸ ਦਾ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ। ਲੌਂਗੋਵਾਲ ਨੇ ਕਿਹਾ ਹੈ ਕਿ ਓਲੰਪਿਕ ਖੇਡਾਂ 'ਚ 3 ਵਾਰ ਭਾਰਤ ਲਈ 골ਡ ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਯਾਦ 'ਚ ਕੇਂਦਰੀ ਸਿੱਖ ਅਜਾਇਬ ਘਰ 'ਚ ਉਹਨਾਂ ਦੀ ਤਸਵੀਰ ਨੂੰ ਲਗਾਇਆ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਬਲਬੀਰ ਸਿੰਘ ਸੀਨੀਅਰ ਤੋਂ ਪ੍ਰੇਰਨਾ ਲੈ ਸਕਣ। ਹਾਕੀ ਓਲੰਪੀਅਨ ਸਰਦਾਰ ਬਲਬੀਰ ਸਿੰਘ ਜੀ ਸੀਨੀਅਰ, ਜਿਨ੍ਹਾਂ ਦੇ ਉੱਤੇ ਸਾਰੇ ਪੰਜਾਬੀਆਂ ਨੂੰ ਬਹੁਤ ਵੱਡਾ ਮਾਣ ਹੈ, ਔਰ ਜਿਨ੍ਹਾਂ ਨੇ 3 ਵਾਰ ਭਾਰਤ ਲਈ ਹਾਕੀ ਵਿੱਚ 골ਡ ਮੈਡਲ ਜਿਹੜਾ ਜਿੱਤਿਆ ਹੈ, ਜਿਹਦੇ ਨਾਲ ਸਿੱਖੀ ਦੇ ਗੌਰਵ ਨੂੰ ਬਹੁਤ ਉੱਚਾ ਕੀਤਾ ਹੈ, ਅਤੇ ਸਿੱਖ ਕੌਮ ਉਹਨਾਂ ਦੇ ਉੱਤੇ ਬਹੁਤ ਵੱਡਾ ਮਾਣ ਕਰਦੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਕੇਂਦਰੀ ਸਿੱਖ ਅਜਾਇਬ ਘਰ ਹੈ, ਉੱਥੇ ਉਹਨਾਂ ਦੀ ਇੱਕ ਜਿਹੜੀ ਹਾਕੀ ਓਲੰਪੀਅਨ ਸਰਦਾਰ ਬਲਬੀਰ ਸਿੰਘ ਜੀ ਸੀਨੀਅਰ ਦੀ ਤਸਵੀਰ ਲਾਈ ਜਾਏਗੀ,
ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਿਹੜੇ ਔਰ ਹਾਕੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਲਈ ਹਮੇਸ਼ਾ ਜਿਹੜੀ ਹੈ ਇਹ ਯਾਦ ਬਣੀ ਰਹੇਗੀ। ਜੀ ਪ੍ਰਧਾਨ ਜੀ, ਇੱਕ ਤੁਸੀਂ ਫੈਸਲਾ ਜਿਹੜਾ ਬਾਹਰੋਂ ਆ ਰਹੇ ਪੰਜਾਬੀ ਨੇ ਉਹਨਾਂ ਨੂੰ ਹੋਟਲਾਂ 'ਤੇ ਰੱਖਿਆ ਜਾ ਰਿਹਾ, ਵੱਡੇ ਬਿੱਲ ਲਏ ਜਾ ਰਹੇ ਉਹਨਾਂ ਕੋਲ, ਉਹਨਾਂ ਬਾਰੇ ਸ਼੍ਰੋਮਣੀ ਕਮੇਟੀ ਕੀ ਕਹਿੰਦੀ? ਕਿਉਂਕਿ ਕਰੋਨਾ ਵਾਇਰਸ ਦਾ ਕਰੋਪ ਜਿਹੜਾ ਸਾਰੇ ਸੰਸਾਰ 'ਤੇ ਚੱਲ ਰਿਹਾ ਹੈ ਔਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਲਾਕਡਾਊਨ ਲੱਗਿਆ ਹੋਇਆ, ਇਸ ਕਰਕੇ ਬਹੁਤ ਸਾਰੇ ਸਾਡੇ ਪੰਜਾਬੀ ਵੀਰ ਜਿਹੜੇ ਸੀ ਉਹ ਬਾਹਰ ਵਿਦੇਸ਼ਾਂ ਵਿੱਚ ਰਹਿ ਚੁੱਕੇ ਸੀ। ਹੁਣ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਹਵਾਈ ਜਹਾਜ਼ਾਂ ਦੇ ਰਾਹੀਂ ਫਿਰ ਭਾਰਤ ਵਿੱਚ ਜਿਹੜਾ ਹੈ ਉਹ ਲਿਆਂਦਾ ਜਾਵੇ। ਇੱਕ ਤਾਂ ਮੈਂ ਬੇਨਤੀ ਕਰਾਂਗਾ ਕਿ ਹਵਾਈ ਜਹਾਜ਼ ਦੀਆਂ ਟਿਕਟਾਂ ਨੇ ਜਿਹੜੀਆਂ ਇਹ ਬਹੁਤ ਜ਼ਿਆਦਾ ਜਿਹੜੀ ਹੈ ਉਹਨਾਂ ਦਾ ਕਿਰਾਇਆ ਜਿਹੜਾ ਰੱਖਿਆ ਹੈ ਉਹ ਵੀ ਘੱਟ ਕੀਤਾ ਜਾਵੇ। ਇਹਦੇ ਲਈ ਅਸੀਂ ਜੋ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਨੇ ਹਰਦੀਪ ਪੁਰੀ ਜੀ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਔਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਵੀ ਲਿਖਾਂਗੇ ਕਿ ਉਹਨਾਂ ਦੇ ਕਿਰਾਏ ਜਿਹੜੇ ਨੇ ਉਹ ਵਾਜਬ ਲਏ ਜਾਣ, ਘੱਟ ਕੀਤੇ ਜਾਣ। ਔਰ ਦੂਸਰਾ ਕਿ ਉਹ ਜਦੋਂ ਇੱਥੇ ਇਕਾਂਤਵਾਸ ਵਿੱਚ ਰਹਿਣਗੇ ਤਾਂ ਉਹਨਾਂ ਦੇ ਵੱਖ-ਵੱਖ ਹੋਟਲਾਂ ਦੇ ਵਿੱਚ ਰਹਿਣ ਦਾ ਜਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ, ਕਿਉਂਕਿ ਹੋਟਲਾਂ ਦੇ ਕਿਰਾਏ ਵੀ ਬਹੁਤ ਹੁੰਦੇ ਨੇ। ਸੋ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਬੇਨਤੀ ਕਰਦਾ ਕਿ ਸਾਡੀਆਂ ਜਿਹੜੀਆਂ ਸਰਾਵਾਂ ਨੇ ਉੱਥੇ ਉਹਨਾਂ ਜਿਹੜੇ ਵਿਦੇਸ਼ੀ ਤੋਂ ਆ ਰਹੇ ਨੇ ਸਾਡੇ ਪੰਜਾਬੀ ਵੀਰ, ਉਹਨਾਂ ਨੂੰ ਸਾਡੀਆਂ ਸਰਾਵਾਂ ਦੇ ਵਿੱਚ ਹੀ ਰੱਖਿਆ ਜਾਵੇ। ਉੱਥੇ ਸਾਰਾ ਉਹਨਾਂ ਨੂੰ ਫ੍ਰੀ ਲੰਗਰ ਵੀ ਦਿੱਤਾ ਜਾਵੇਗਾ, ਫ੍ਰੀ ਉੱਥੇ ਰੱਖਿਆ ਜਾਵੇਗਾ। ਸਾਰੀ ਉਹਨਾਂ ਦੀ ਸੇਵਾ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਵੇਗੀ। ਜ਼ਿਕਰ ਖਾਸ ਹੈ ਕਿ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਇੱਕ ਅਜਿਹੀ ਸ਼ਖਸੀਅਤ ਸਨ ਜੋ ਕਿ ਕਿਸੇ ਦੇ ਲਈ ਵੀ ਪ੍ਰੇਰਨਾ ਬਣ ਕੇ ਉੱਭਰਦੇ ਸਨ ਤੇ ਐਸਜੀਪੀਸੀ ਦਾ ਇਹ ਫੈਸਲਾ ਵਾਕਈ ਸ਼ਲਾਘਾਯੋਗ ਕਦਮ ਹੈ। ਬਿਊਰੋ ਰਿਪੋਰਟ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜੁਲਾਈ ਤੋਂ ਐਗਜ਼ਿਟ ਕਲਾਸਾਂ ਦੀਆਂ ਪ੍ਰੀਖਿਆਵਾਂ ਕਰਾਉਣ ਲਈ ਮਿਆਰੀ ਕਾਰਜਸ਼ੀਲ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਐਕਸ਼ਨ ਵਿੱਚ ਹਰੇਕ ਕੇਂਦਰ ਵਿੱਚ ਵੱਧ ਤੋਂ ਵੱਧ 150 ਵਿਦਿਆਰਥੀ ਹੀ ਬੈਠਣਗੇ ਅਤੇ ਇਮਤਿਹਾਨ ਦੀ ਮਿਆਦ 2 ਘੰਟੇ ਦਿੱਤੀ ਹੋਵੇਗੀ। ਇੱਕ ਕਮਰੇ ਦੇ ਵਿੱਚ ਸਿਰਫ 15 ਵਿਦਿਆਰਥੀ ਹੀ ਬੈਠ ਕੇ ਪ੍ਰੀਖਿਆ ਦੇ ਸਕਣਗੇ। ਪੰਜਾਬ ਯੂਨੀਵਰਸਿਟੀ is planning to conduct the examination for the exit classes from the July 2020. For this, the guidelines issued by the Government of India, by HRD, UGC and local administration, they have been kept in mind. All the points they have been taken care, जैसे कि social distancing है, मास्क पहनना है, सैनिटाइज़र लगाना है, और इसको सब माइंड में रखते हुए we have decided कि कॉलेजेस में जब एग्ज़ाम होगा पुरानी जो नॉर्म्स थी उनके बजाय नए नॉर्म्स हमने सेट किए हैं, जिसकी अप्रूवल वाइस चांसलर सर और हमारे DUI प्रोफेसर सिंगला जी ने जो आपको बता रहे थे। किसी भी सेंटर में 150 से ज़्यादा स्टूडेंट नहीं होंगे और उनका सिटिंग प्लान के लिए भी उनको गाइडलाइन दी गई है। रूम में भी 15 से ज़्यादा कैंडिडेट नहीं बैठेंगे और उसके ऊपर एक इन्विजिलेटर होगा। एग्ज़ाम की ड्यूरेशन जैसे UGC ने कहा है 3 आवर्स की बजाय 2 आवर्स की होगी और 2 शिफ्ट में एग्ज़ाम होगा। कोई भी स्टूडेंट कैंडिडेट या जो ऑफिशियल है जो ड्यूटी पे है, अगर वो रेड जोन से है, कंटेनमेंट जोन से है या क्वारंटाइन है या आइसोलेशन में है, उनको ड्यूटी पे या उनको एग्ज़ाम नहीं देने दिया जाएगा। उसके लिए एग्ज़ाम के लिए अलग से अरेंजमेंट किया जाएगा। ਜਾਂਦੇ ਜਾਂਦੇ ਇੱਕ ਵਾਰੀ ਫੇਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪਾਕਿਸਤਾਨ ਵਿੱਚ ਫਸੇ ਪਰਿਵਾਰਾਂ ਦੇ ਘਰ ਪਹੁੰਚੇ ਵਿਕਰਮਜੀਤ ਸਿੰਘ ਮਜੀਠੀਆ, ਉਹਨਾਂ ਪਰਿਵਾਰਕ ਮੈਂਬਰਾਂ ਨੂੰ ਵਾਪਸ ਲਿਆਉਣ ਦਾ ਦਿੱਤਾ ਭਰੋਸਾ। ਭਾਜਪਾ ਪਾਰਟੀ ਪੰਜਾਬ ਭਰ ਵਿੱਚ ਦੇਵੇਗੀ ਜ਼ਿਲ੍ਹਿਆਂ ਦੇ DC ਦਫ਼ਤਰ ਬਾਹਰ ਧਰਨਾ, ਕਿਸਾਨਾਂ ਨੂੰ ਗਲਤ ਬੀਜ ਉਪਲਬਧ ਕਰਾਉਣ ਦੀ ਜਾਂਚ ਦੀ ਹੋਵੇਗੀ ਮੰਗ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਸ਼ਲਾਘਾਯੋਗ ਕਦਮ, ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਲਗਾਈ ਜਾਵੇਗੀ ਕੇਂਦਰੀ ਸਿੱਖ ਅਜਾਇਬ ਘਰ 'ਚ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੁਲਾਈ 'ਚ ਸ਼ੁਰੂ ਕਰੇਗੀ ਪ੍ਰੀਖਿਆਵਾਂ, 2 ਘੰਟਿਆਂ ਦੀ ਹੋਵੇਗੀ ਇਮਤਿਹਾਨ ਦੀ ਮਿਆਦ। ਅੱਜ ਦੇ ਬੁਲੇਟਿਨ ਦੇ ਵਿੱਚ ਨਹੀਂ, ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Ashoka Tandoori Range. Enjoy the Indian taste.